ਦੇਸ਼ਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਬਿਹਾਗੜਾ ਮਹਿਲਾ ਪੰਜਵਾ। ਖੋਜਤ ਸੰਤ ਫਿਰਹਿ ਪ੍ਰਾਨ ਆਧਾਰੇ ਰਾਮ। ਖੋਜਤ ਸੰਤ ਫਿਰੈ ਪ੍ਰਭ ਪ੍ਰਾਨ ਆਧਾਰੇ ਰਾਮ। ਤਾਨ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ। ਪ੍ਰਭ ਮਿਲੋ ਪਿਆਰੇ ਮਇਆ ਧਾਰੇ। ਕਰ ਦਇਆ ਲੜ ਲਾਏ ਲੀਜੀਐ। ਦੇਹ ਨਾਮ ਆਪਣਾ ਜਪੋ ਸੁਆਮੀ। ਹਰ ਦਰਸ ਪੇਖੈ ਜੀਜੀਐ। ਸਮਰੱਥ ਪੂਰਨ ਸਦਾ ਨਿਹਚਲ। ਊਚ ਅਗਮ ਅਪਾਰੇ। ਬਿਨਵੰਤ ਨਾਨਕ ਧਾਰ ਕਿਰਪਾ। ਮਿਲੋ ਪ੍ਰਾਨ ਪਿਆਰੇ। ਜਪ ਤਪ ਬਰਤ ਕੀਨੇ। ਪੇਖਨ ਕੋ ਚਰਣਾ ਰਾਮ। ਤਪਤ ਨਾ ਕਤੈ ਬੂਝੈ ਬਿਨ ਸੁਆਮੀ ਸ਼ਰਨਾ ਰਾਮ। ਪ੍ਰਭ ਸ਼ਰਨ ਤੇਰੀ ਕਾਟ ਬੇਰੀ। ਸੰਸਾਰ ਸਾਗਰ ਤਾਰੀਐ। ਅਨਾਥ ਨਿਰਗੁਣ ਕਛ ਨਾ ਜਾਣਾ। ਮੇਰਾ ਗੁਣ ਔਗਨ ਨਾ ਵਿਚਾਰੀਐ। ਦੀਨ ਦਿਆਲ ਗੋਪਾਲ ਪ੍ਰੀਤਮ। ਸਮਰੱਥ ਕਾਰਨ ਕਰਨਾ। ਨਾਨਕ ਚਾਤਰਕ ਹਰ ਬੂੰਦ ਮੰਗੈ। ਜਪ ਜੀਵਾ ਹਰ ਹਰ ਚਰਣਾ। ਦੀਨ ਦਿਆਲ ਗੋਪਾਲ ਪ੍ਰੀਤਮ। ਸਮਰੱਥ ਕਾਰਨ ਕਰਨਾ। ਨਾਨਕ ਚਾਤਰਕ ਹਰ ਬੂੰਦ ਮੰਗੈ। ਜਪ ਜੀਵਾ ਹਰ ਹਰ ਚਰਣਾ। ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਅਪਾਰ ਕਿਰਪਾ ਦੇ ਘਰ ਦੇ ਵਿੱਚ ਆ ਕੇ ਅੱਜ ਦਾ ਪਵਿੱਤਰ ਹੁਕਮਨਾਮਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 545 ਅੰਗ ਤੇ ਸੁਭਾਇਮਾਨ ਹੈ। ਅੱਜ ਦੇ ਪਵਿੱਤਰ ਹੁਕਮਨਾਮੇ ਦੇ ਕੁੱਲ ਮਿਲਾ ਕੇ 4 ਅੰਗ ਹਨ। ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦਾਸ ਨੇ 2 ਅੰਗ ਪੜ੍ਹੇ ਹਨ। ਪਰਿਵਾਰ ਦੇ ਨਾਲ ਬੈਠ ਕੇ ਜਦੋਂ ਵੀ ਸਮਾਂ ਲੱਗੇ ਬਾਕੀ ਦੇ ਅੰਗ ਪੜ੍ਹੋ, ਸੁਣੋ ਤੇ ਵਿਚਾਰ ਕਰੋ ਆਪਣੇ ਸਮੇਂ ਦੇ ਵਿੱਚ। ਸਤਿਗੁਰਾਂ ਦੀ ਕਿਰਪਾ ਦੇ ਨਾਲ ਬਖਸ਼ੀ ਹੋਈ ਸੋਝੀ ਅਨੁਸਾਰ ਹੁਕਮੇ ਦਾ ਜੋ ਸਾਰਾਂਸ਼ ਮੁੱਖ ਕੇਂਦਰਿਤ ਭਾਵ ਹੈ ਉਹਦੇ ਵਿਚਾਰ ਕਰਨ ਦਾ ਯਤਨ ਕਰਨਾ ਹੈ। ਪਿਆਰ ਨਾਲ ਸ਼ਰਵਣ ਕਰਨਾ ਜੀ। ਅੱਜ ਦਾ ਪਵਿੱਤਰ ਹੁਕਮਨਾਮਾ ਰਾਗ ਬਿਹਾਗੜਾ ਦੇ ਵਿੱਚ ਗੁਰੂ ਮਹਾਰਾਜ ਨੇ ਅੰਕਿਤ ਕੀਤਾ ਹੈ, ਜੋ ਹਿਰਦੇ ਵਿੱਚ ਇੱਕ ਮਸਤੀ ਪੈਦਾ ਕਰਦਾ ਹੈ। ਸਾਧ ਸੰਗਤ ਜੀ, ਜਿਹੜਾ ਰਾਗ ਦਾ ਕੰਮ ਹੁੰਦਾ ਹਿਰਦੇ ਨੂੰ ਮਸਤ ਕਰ ਦੇਣਾ, ਰਿਲੈਕਸ ਕਰ ਦੇਣਾ। ਫਿਰ ਗੁਰੂ ਦਾ ਸ਼ਬਦ ਹਿਰਦੇ ਤੇ ਚੋਟ ਪਾਉਂਦਾ,
ਹਿਰਦੇ ਨੂੰ ਫੜ ਲੈਂਦਾ, ਮਨ ਨੂੰ ਕਾਬੂ ਕਰ ਲੈਂਦਾ। ਜਿਸ ਤਰ੍ਹਾਂ ਸੱਪ ਅੱਗੇ ਬੀਨ ਵਜਾ ਕੇ ਉਹਨੂੰ ਮਸਤ ਕੀਤਾ ਜਾਂਦਾ, ਤੇ ਜਦੋਂ ਸੱਪ ਮਸਤ ਹੋ ਜਾਂਦਾ, ਸੱਪ ਦੇ ਵਿੱਚ ਕਿੰਨਾ ਵੀ ਜ਼ਹਿਰ ਹੋਏ ਉਹ ਫਿਰ ਡੰਗ ਨਹੀਂ ਮਾਰਦਾ। ਇਸ ਤਰ੍ਹਾਂ ਸਾਡੇ ਮਨ ਦੇ ਵਿੱਚ ਬਹੁਤ ਜ਼ਹਿਰ ਆ, ਪਰ ਜਦੋਂ ਰਾਗ ਸੁਣ ਕੇ, ਗੁਰੂ ਦਾ ਸ਼ਬਦ ਸੁਣ ਕੇ ਇੰਨੀ ਮਸਤੀ ਆ ਜਾਂਦੀ ਆ ਵੀ ਮਨ ਦੇ ਵਿੱਚੋਂ ਜ਼ਹਿਰ ਜਿਹੜਾ ਉਹ ਨਿਕਲ ਜਾਂਦਾ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਸੰਤਾਂ ਦੀ ਡੈਫੀਨੇਸ਼ਨ ਕੀ ਆ? ਸੰਤਾਂ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਈ ਹੈ, ਜਿਹੜੇ ਵਾਹਿਗੁਰੂ ਦਾ ਨਾਮ ਜਪਦੇ 24 ਘੰਟੇ। ਪਰ ਇੱਥੇ ਮਹਾਰਾਜ ਨੇ ਸਾਨੂੰ ਇੱਕ ਸੇਧ ਬਖਸ਼ੀ ਆ ਕਿ ਜੇ ਸੰਤ ਦੀ ਨਿਸ਼ਾਨੀ ਤੁਸੀਂ ਸਮਝਣਾ ਚਾਹੁੰਦੇ ਆ ਵੀ ਅਸਲ ਦੇ ਵਿੱਚ ਸੰਤ ਕੌਣ ਆ, ਸੰਤ ਹਮੇਸ਼ਾ ਪਰਮਾਤਮਾ ਦੀ ਖੋਜ ਦੇ ਵਿੱਚ ਲੱਗਾ ਰਹਿੰਦਾ। ਖੋਜਤ ਸੰਤ ਫਿਰਹਿ, ਪ੍ਰਭ ਪ੍ਰਾਣ ਆਧਾਰੇ ਰਾਮ। ਜੋ ਪਰਮਾਤਮਾ ਪ੍ਰਾਣ ਦਾ ਆਧਾਰ ਹੈ, ਸੰਤ ਉਸ ਪਰਮਾਤਮਾ ਦੀ ਖੋਜ ਦੇ ਵਿੱਚ ਲੱਗੇ ਰਹਿੰਦੇ ਨੇ। ਕੋਈ ਦੁਨਿਆਵੀ ਗੱਲ ਉਹਨਾਂ ਤੋਂ ਤੁਸੀਂ ਨਹੀਂ ਸੁਣੋਗੇ, ਕਿਉਂਕਿ ਸਾਧ ਸੰਗਤ ਜੀ ਕੈਨੇਡਾ ਦੇ ਵਿੱਚ ਵੀ ਹੋਰ ਕਈ ਥਾਂ ਇਹੋ ਜਿਹੀਆਂ ਉਦਾਹਰਨਾਂ ਹਨ, ਘਟਨਾ ਵਾਪਰੀਆਂ ਜਿੱਥੇ ਬਾਬੇ ਬਣ ਕੇ ਦੇਹਧਾਰੀ ਲੋਕ ਗਏ ਆ, ਉੱਥੇ ਸੰਗਤਾਂ ਨੂੰ ਕਥਾ ਸੁਣਾ ਕੇ ਫਿਰ ਬਾਅਦ ਦੇ ਵਿੱਚ ਕਹਿੰਦੇ ਵੀ ਥੋੜ੍ਹਾ ਜਿਹਾ ਪੈਸਾ ਇਕੱਠਾ ਕਰੋ, ਅਸੀਂ ਜ਼ਮੀਨ ਲੈਣੀ ਆ। ਸੰਤ ਕਦੇ ਵੀ ਮਾਇਕ ਪਦਾਰਥਾਂ ਦੀ ਗੱਲ ਨਹੀਂ ਕਰੇਗਾ। ਸੰਤ ਹਮੇਸ਼ਾ ਆਪ ਵੀ ਪਰਮੇਸ਼ਰ ਨੂੰ ਖੋਜਦੇ ਨੇ ਤੇ ਹੋਰਨਾਂ ਨੂੰ ਵੀ ਪ੍ਰੇਰਨਾ ਦਿੰਦੇ ਵੀ ਤੁਸੀਂ ਵੀ ਪਰਮੇਸ਼ਰ ਨੂੰ ਖੋਜੋ। ਇਹਦਾ ਕਾਰਨ ਕੀ ਹੈ? ਸਤਿਗੁਰਾਂ ਨੇ ਬਾਣੀ ਦੇ ਵਿੱਚ ਫਰਮਾਇਆ ਹੈ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨਾ ਲਾਗੈ ਦੁੱਖ। ਲੋਕੀ ਗੁਰੂ ਦੇ ਦੁਆਰੇ ਆਉਂਦੇ ਨੇ ਵੀ ਮੇਰੇ ਦੁੱਖ ਮਿਟਾ ਦਿਓ, ਉਹ ਤੇ ਵੈਸੇ ਮੰਗਣ ਦੀ ਲੋੜ ਹੀ ਨਹੀਂ, ਸਿਰਫ ਇਹੀ ਅਰਦਾਸ ਕਰਨੀ ਚਾਹੀਦੀ ਵੀ ਮਾਲਕਾ ਪਰਮਾਤਮਾ ਨੂੰ ਮਿਲਣ ਦੀ ਭੁੱਖ ਪੈਦਾ ਹੋ ਜਾਏ। ਜਦੋਂ ਭੁੱਖ ਪੈਦਾ ਹੋ ਗਈ ਤੇ ਦੁੱਖ ਆਪੇ ਹੀ ਨਾਸ ਹੋ ਜਾਣੇ। ਮਹਾਰਾਜ ਨੇ ਨੁਕਤੇ ਸਾਰੇ ਬਖਸ਼ੇ ਹੈ। ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੇ ਵੀ ਦੁਖੀ ਨੇ, ਕਿਉਂ? ਨੁਕਤਿਆਂ ਨੂੰ ਨਹੀਂ ਸਮਝਿਆ। ਉਹ ਪਾਠ ਕਰਕੇ ਫਿਰ ਕਹਿੰਦੇ ਵੀ ਸਾਡਾ ਬਿਜ਼ਨਸ ਜਿਹੜਾ ਥੋੜ੍ਹਾ ਵੱਧ ਜਾਏ ਤੇ ਪਰਮਾਤਮਾ ਸਾਡਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਸਫਲ ਹੋ ਜਾਏ। ਪਰ ਸਫਲਤਾ ਤਾਂ ਹੈ ਜੇ ਪਰਮਾਤਮਾ ਦੀ ਮਿਲਣ ਦੀ ਤਾਂਘ ਤੇ ਭੁੱਖ ਪੈਦਾ ਹੋਏ, ਉਹ ਸਫਲਤਾ। ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ ਮਹਾਰਾਜ ਅੱਗੇ, ਗੁਰੂ ਮਹਾਰਾਜ ਅਸੀਂ ਨਿਤਨੇਮ ਦੀ ਬਾਣੀ ਪੜ੍ਹੀ ਆ, ਆਪਣੇ ਦਰ ਤੇ ਪ੍ਰਵਾਨ ਕਰਨੀ। ਜੇ ਮਹਾਰਾਜ ਸਾਖਸ਼ਾਤ ਰੂਪ ਦੇ ਵਿੱਚ ਸਾਡੇ ਸਾਹਮਣੇ ਜਵਾਬ ਦੇਣਗੇ, ਕਹਿਣਗੇ ਭਾਈ ਮੈਂ ਬਾਣੀ ਕੀ ਪ੍ਰਵਾਨ ਕਰਨੀ ਹੈ, ਤੂੰ ਹੁਕਮ ਨੂੰ ਪ੍ਰਵਾਨ ਕਰ। ਹਮੇਸ਼ਾ ਅਰਦਾਸ ਕਰਨੀ ਚਾਹੀਦੀ ਹੈ ਵੀ ਬਾਣੀ ਦਾ ਜਿਹੜਾ ਭਾਵ ਹੈ, ਤੱਤ ਹੈ, ਸਾਡੇ ਹਿਰਦੇ ਵਿੱਚ ਵਸੇ। ਸਤਿਗੁਰਾਂ ਨੇ ਬਾਣੀ ਕੀ ਪ੍ਰਵਾਨ ਕਰਨੀ ਹੈ? ਸਤਿਗੁਰਾਂ ਨੇ ਤੇ ਬਾਣੀ ਪ੍ਰਵਾਨ ਕਰ ਲਈ ਤਾਂ ਹੀ ਸਾਨੂੰ ਬਖਸ਼ਿਸ਼ ਕੀਤੀ ਹੈ। ਸੋ ਸਾਨੂੰ ਅਰਦਾਸ ਕਰਨ ਦੀ ਜਾਚ ਆਉਣੀ ਚਾਹੀਦੀ ਆ ਵੀ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਬਾਣੀ ਪੜ੍ਹੀ ਤੇ ਸੁਣੀ ਆ। ਮੇਰੇ ਮਾਲਕਾ ਬਾਣੀ ਦਾ ਤੱਤ, ਬਾਣੀ ਦਾ ਗਿਆਨ ਬਖਸ਼ਿਸ਼ ਕਰਨਾ, ਗਿਆਨ ਤੇ ਚੱਲਣ ਦੀ ਸੋਝੀ ਬਖਸ਼ਣੀ, ਪਰਮਾਤਮਾ ਨੂੰ ਮਿਲਣ ਦਾ ਰਸਤਾ ਦੱਸੋ। ਇਹ ਅਰਦਾਸ ਕਰਾਂਗੇ ਤੇ ਅਰਦਾਸਾਂ ਸਫਲ ਹੋਣਗੀਆਂ। ਸੋ ਗੁਰੂ ਮਹਾਰਾਜ ਫਰਮਾਉਂਦੇ ਹਨ, ਤਾਣ ਤਨ ਖੀਨ ਪਿਆ, ਬਿਨ ਮਿਲਤ ਪਿਆਰੇ ਰਾਮ। ਹਾਲੇ ਤੱਕ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਉਹਦੇ ਕਰਕੇ ਮੇਰਾ ਤਨ ਕਮਜ਼ੋਰ ਹੋ ਗਿਆ। ਕਮਜ਼ੋਰ ਦਾ ਭਾਵ ਦੁਨਿਆਵੀ ਪਦਾਰਥਾਂ ਦੇ ਬਗੈਰ ਜ਼ਿਆਦਾ ਲੱਗਾ, ਉਹਦੇ ਕਰਕੇ ਹੁਣ ਸ਼ਕਤੀ ਨਹੀਂ ਰਹੀ, ਰੂਹਾਨੀ ਸ਼ਕਤੀ। ਪ੍ਰਭ ਮਿਲੋ ਪਿਆਰੇ ਮਇਆ ਧਾਰੇ, ਕਰ ਦਿਆ ਲੜ ਲਾਏ ਲੀਜੀਐ। ਫਿਰ ਗੁਰੂ ਮਹਾਰਾਜ ਅਰਦਾਸ ਕਰਦੇ ਆ ਉਸ ਪਰਮਾਤਮਾ ਅੱਗੇ, ਤੇ ਹੋਰ ਜਿਹੜੇ ਗੁਰਮੁਖ ਨੇ, ਸੰਤ ਨੇ, ਉਹਨਾਂ ਨੂੰ ਵੀ ਪ੍ਰੇਰਨਾ ਦਿੰਦੇ ਨੇ ਵੀ ਅਰਦਾਸ ਕੀ ਕਰਨੀ ਹੈ? ਪ੍ਰਭ ਮਿਲੋ ਪਿਆਰੇ, ਮੇਰੇ ਪ੍ਰਭੂ ਮੈਨੂੰ ਆ ਕੇ ਮਿਲੋ। ਮਇਆ ਧਾਰੇ, ਮਇਆ ਦਾ ਭਾਵ ਦਇਆ।
दया ते माया दोनों इको ही शब्द ने भी मेरे मालका किरपा धारो मेरे ते कर दया लड़ लाए लीजिए अपने लड़ ला लो भाव तुहाडा हुक्म मन्ना मैं 24 घंटे देह नाम अपना जपो स्वामी हर दर्श पेख्या जीजिए मेरे मालका मैनू अपना नाम दे दो हुण नाम दी नौजवानों ने भी पूछया भई की परिभाषा महाराज बार बार बाणी दे विच कहंदे मैनू अपना नाम दे दिओ नाम दे विच साध संगत जी वाहिगुरू दी शक्ति वाहिगुरू दी सोझी वाहिगुरू दी आइडेंटिटी वाहिगुरू दा करैक्टर सुभाਅ सारा वाहिगुरू दा नाम दे विच आ जांदा जिस तरह रोल्स रॉयस जिहड़े सी वो कार बनाते सी ते फिर विकर्स ने कार की कंपनी ले ली ते जदों विकर्स ने लई फिर BMW ने ले ली उन्होंने तो पर उन्होंने कहा भी जिहड़ा रोल्स रॉयस जिहड़ा नाम है कार का वो असीं रखना क्योंकि वो रोल्स रॉयस नाम जिहड़ा उहदे विच गुण की ने क्वालिटी बहुत चंगी क्वालिटी है खराब नहीं होंदी रिलायबिलिटी बड़ी रिलायबल है सो वो कार का नाम उन्होंने रोल्स रॉयस रखिया पर बनाता कोई होर BMW बना रहा इसे तरह जदों भाई लहना जी गुरु नानक देव जी महाराज की शरण दे विच आए ने इन्नी सेवा अनथक की निष्काम होके जो गुरु नानक देव जी महाराज का नाम सी वो भाई लहना दे विच प्रवेश कर गया गुरु नानक देव महाराज के अंदर वाहिगुरू का नाम सी बाणी दे विच इसका प्रूफ है बाणी के शब्द हैं नानक नाम निरंजन जानियो कीनी भगत प्रेम लिवलाई धन धन गुरु नानक देव महाराज ने परमात्मा के नाम नूं जान लिया ते अपने हिरदे विच वसा लिया फिर भगती की बड़ी प्यार दे नाल उस तो बाद फिर भाई लहना जी गुरु नानक देव महाराज की संगत च आए ने हुण उन्होंने नाम प्राप्त करना सी अपना शरीर छड्डण तो पहले गुरु नानक देव जी महाराज ने अपना सारा ज्ञान भाव अपना नाम भाई लहना जी नूं बख्शिश कर दिता ताते अंगद अंग संग भयो सायर जिन शब्द सुरत की नींव रखाई सो नाम की प्राप्ति किदां होई सुरत नूं शब्द दे विच जोड़ दिता भाई लहना जी ने सारियां संगतां नूं दस्सिया कि जे नाम की प्राप्ति करनी आ ते अपनी सुरत अनहत बाणी अनहत शब्द दे विच जोड़ लो जिहड़ा 24 घंटे तुहाडे हिरदे विच वजदा सो वो नाम की प्राप्ति भाव जदों सुरत शब्द दे विच जुड़ी तो जो परमात्मा का सुभाअ है दया का सत का संतोख का ओह संतां दे विच आ जांदा सो संत की निशानी है भी संत दे विच दया होएगी संत विच संतोख होएगा कदी पैसे नहीं मंगेगा तुहाडे तो कदी वो निष्काम अपने मतलब करके पैसे नहीं मंगेगा मैं विचार करता सी गुरमुख प्यारे नाल अज दे जड़े अपने आप नूं संत कहाउंदे आ वो माया नूं इकट्ठा करके बड़े बड़े अपने आश्रम चला लेंदे आ डेरे बना लेंदे वड्डियां वड्डियां कारां ले लेंदे फिर वो डेरियां दे विच जिहड़े चेले चपटे हुंदे आ उन्होंने भी लालच आ जाता भाई संत ने इन्ने पैसे इकट्ठे किए आ 2-4 पैसे सानू भी मिल जाण ऐदां दा एक तुसीं देखिया उत्थे रजनीश हुंदा सी रजनीश चला गया अमरीका बड़े पैसे इकट्ठे किए ते ओदे इन्ने चेले सी अमेरिकन भी इंडिया तो भी कई आ गए चेले उत्ते पैसे इन्ने इकट्ठे कर ले जिहड़े ओदे अकाउंटेंट सी उन्होंने कहा भाई पैसा बहुत हो गया रोल्स रॉयस कारां 50 खड़ियां बाहर उत्थे झगड़ा पैदा हो गया
झगड़ा पैदा होया। फिर रजनीश अपने कन्नां नूं हथ ला के वापस गया इंडिया, कहता मैं हुण अमेरिका नहीं आना इत्थे। तो साध संगत जी, पैसिਆਂ पिछे लड़ाई होई। ਜਿਹੜਾ अपने आप ਨੂੰ कहांदा सी मैं बड़ा धर्मी हाँ, ਉਹ रजनीश ने आके फिर जपजी साहब की बाणी पढ़ी, गुरु ग्रंथ साहब की बाणी पढ़ी, बड़ा प्रभावित होया भी भुखिया भुख ना उतरे जे बन्ना पुरियां भार। ਉਹ रजनीश कहता ਹੁੰਦਾ ਸੀ भी अपनी काम की भुख ला लो तो सारियां भुखां लथ जाणगीਆਂ, क्योंकि काम जिहड़ी है बीमारी की जड़। पर ਉਹਨੂੰ फिर समझ आई, ਉਹਨੇ फिर जपजी साहब की पूरी व्याख्या की आ, जिहड़ियां सीडीज़ ते टेपां टूपां भी मिलदियां। पर ਉਹਨੇ फिर बाद दे विच कह दिता भी मैं सारे ग्रंथ पढ़े आ, पर जो गुरु ग्रंथ साहब महाराज का नॉलेज है, ज्ञान है, दुनिया का कोई भी धार्मिक ग्रंथ नहीं दे सकता। सो संतां दी निशानी भाव निष्काम, दया का गुण, संतोख का गुण। ਤਾਂ महाराज कहते देह नाम अपना जपो स्वामी, मेरे मालका अपना नाम दे दे, अपना करैक्टर, अपना सुभाव मैनू बख्श, अपनी शक्ति, अपनी समझ मैनू बख्श। हर जस पेखै जीजिए, तेरा जस गांदे होए ही मैं जीउंदा रह सकदा, नहीं तो मैं मरे समान। समर्थ पूरन सदा नेचल, ऊच अगम अपारे, मेरे मालका तू समर्थ है ते हर तौर तरीके नाल पूर्ण है, सदा निहचल। नेचल का भाव जिहड़ा चलाएमान नहीं, हमेशा हमेशा दुनिया रहिंदे तक, दुनिया मुक के भी हमेशा आप तुसीं हाज़र हजूर हो। ऊच अगम अपारे, तू सब तो उच्चा है मेरे मालका, तू अगम है, इंद्रियां की पहुंच तो परे है, ते अपार भाव जिहदा कोई पार नहीं पाया जा सकता। बिनवंत नानक धार किरपा, मिलो प्राण प्यारे। फिर अरदास की है भी मेरे मालका, मेरे प्यारे, मैनू मिलो। फिर महाराज फरमाते हैं भी जो दुनिया के लोगों वाल तकते ने, लोगों के दुनिया के लोग, होर धर्मां दे लोग जप करते हैं, कहते मैं भी कीते ने जप तप बरत कीने, मैं बरत भी कीते आ, तप भी कीता, जप भी कीता, पर क्यों कीता? पेखन को चरना राम, तुहाडे चरण देखण वास्ते, छूण वास्ते। पर महाराज कहते तपत ना कतै बूझै, पर बरत रख के जप करके तप करके भी मेरी तपत जड़ी सी हिरदे दी, वो बुझी नहीं। बिन स्वामी शरणा राम, जद तक मैं तुहाडे शरण दे विच नहीं आया। जप करना चंगा, तप करना भाव अपने मन नूं विकारां तो रोकना, वो भी चंगा। पर जब तक असी अपने आप नूं आत्म समर्पण नहीं करते, कोई फायदा नहीं। पंज प्यारे हजारां की गिनती दे विच साध संगत जी, सिर्फ 5 नितरे सी जिन्हां ने निछावर करता सी। देखण नूं 80,000 सिख लगदे सी, पर जिहड़े 5 सी ਉਹ गुरु गोबिंद सिंह महाराज की शरण दे विच आए सी। ਜਿਹੜੇ 80,000 सी जप करते सी, तप करते सी, व्रत भी रखते सी, पर शरण दे विच नहीं आए। समझण दी लोड़ आ। गुरु महाराज ऐ नहीं कहते भी जप ना करो, सिमरन ना करो। सिमरन करो ताकि हिरदे विच वाहिगुरू नूं मिलन दी प्यास पैदा होए। जप तप सेवा करो, क्यों? हिरदे विच परमात्मा नूं मिलन दी प्यास पैदा हो जाए। पॉलिटिक्स दे विच जाण दी बजाए रब दीयां गल्लां करया करो। सो गुरु महाराज फरमाते हैं अपने आप नूं समर्पण करना गुरु तो, वो एक सफलता है पाठ पढ़े दी। प्रभ शरण तेरी काट बेरी, संसार सागर तारी है। हे मेरे मालका,
ਮੇਰੀ ਮਾਇਆ ਦੀ ਜਿਹੜੀ ਬੇੜੀ ਆ, ਬੇੜੀਆਂ ਪਈਆਂ ਹੁੰਦੀਆਂ, ਚੇਨਾਂ ਪਈਆਂ ਹੁੰਦੀਆਂ, ਉਹਨਾਂ ਨੂੰ ਕੱਟ ਦਿਓ ਤੇ ਮੈਨੂੰ ਇਸ ਸੰਸਾਰ ਤੋਂ ਤਾਰਨ ਦੀ ਸਮਰੱਥਾ ਬਖਸ਼ੋ। ਅਨਾਥ ਨਿਰਗੁਣ ਕਛੂ ਨਾ ਜਾਣਾ, ਮੇਰਾ ਗੁਣ ਔਗਣ ਨਾ ਵਿਚਾਰੀਏ, ਮੇਰਾ ਗੁਣ ਤੇ ਔਗਣ ਨਾ ਵਿਚਾਰੋ। ਅਵਗਣ ਬਹੁਤ ਨੇ ਮੇਰੇ, ਮੈਂ ਇਹ ਵੀ ਨਹੀਂ ਚਾਹੁੰਦਾ ਵੀ ਜਿਹੜੇ ਮੈਂ ਕੰਮ ਚੰਗੇ ਕੀਤੇ ਆ ਉਹਨਾਂ ਨੂੰ ਤੁਸੀਂ ਕੰਸੀਡਰ ਕਰੋ ਜਾਂ ਉਹਨਾਂ ਦੇ ਵਾਸਤੇ ਮੈਨੂੰ ਕੋਈ ਨੰਬਰ ਦਿਓ। ਨਹੀਂ, ਉਹ ਜਿਹੜੇ ਮੇਰੇ ਗੁਣ ਨੇ ਉਹ ਵੀ ਗੁਣ ਨਹੀਂ, ਉਹ ਵੀ ਅਵਗੁਣ ਹੀ ਨੇ। ਜੇ ਤੁਸੀਂ ਕਿਰਪਾ ਕਰ ਦਿਓ ਮੇਰੇ ਅਵਗੁਣ ਜਿਹੜੇ ਨੇ ਉਹ ਸਾਰੇ ਮਿਟ ਜਾਣਗੇ ਤੇ ਮੈਂ ਗੁਣਾਂ ਦਾ ਧਾਰਨੀ ਹੋਵਾਂਗਾ। ਜਿਹੜੇ ਗੁਣ ਤੁਸੀਂ ਚਾਹੁੰਦੇ ਹੋ ਆਪਣੇ ਜੀਵਨ ਦੇ ਵਿੱਚ ਅਮਲ ਲਿਆਉਣ ਵਾਸਤੇ। ਕਈ ਵਾਰੀ ਸਾਧ ਸੰਗਤ ਜੀ ਅਸੀਂ ਆਪਣੀ ਸਮਝ ਨਾਲ ਕੰਮ ਕਰਦੇ ਹਾਂ, ਅਸੀਂ ਸੋਚਦੇ ਹਾਂ ਵੀ ਅਸੀਂ ਕੰਮ ਬੜੇ ਚੰਗੇ ਕਰਦੇ ਹਾਂ, ਪਰ ਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਜਿਹੜੀ ਡਿਊਟੀ ਵਾਸਤੇ ਮੈਨੂੰ ਤੁਸੀਂ ਜਨਮ ਦਿੱਤਾ ਉਹ ਡਿਊਟੀ ਮੈਂ ਪੂਰੀ ਕਰਕੇ ਦੁਨੀਆ 'ਚੋਂ ਜਾਵਾਂ, ਤੁਹਾਡੀ ਸੇਵਾ ਕਰਾਂ। ਵੈਸੇ ਤਾਂ ਸਾਰੇ ਕਹਿੰਦੇ ਵੀ ਮੈਂ ਇਹ ਕੰਮ ਕੀਤਾ, ਮੈਂ ਉਹ ਚੰਗਾ ਕੰਮ ਕੀਤਾ, ਪਰ ਜਿਹੜਾ ਤੂੰ ਚੰਗਾ ਕੰਮ ਕੀਤਾ ਉਹਦੀ ਲੋੜ ਹੀ ਨਹੀਂ ਸੀ। ਜਿਹੜਾ ਤੂੰ ਸਮਝਦਾ ਵੀ ਚੰਗਾ ਕੰਮ ਕੀਤਾ, ਮੇਰੇ 'ਚ ਗੁਣ ਆ, ਉਹਦੀ ਤੇ ਲੋੜ ਹੀ ਨਹੀਂ ਸੀ। ਸੋ ਅਰਦਾਸ ਜਦੋਂ ਅਸੀਂ ਕਰਦੇ ਹਾਂ ਸਤਿਗੁਰਾਂ ਅੱਗੇ, ਸਤਿਗੁਰ ਸਾਨੂੰ ਉਹ ਕੰਮ ਦਿੰਦੇ ਆ, ਉਹ ਸੇਵਾ ਬਖਸ਼ਦੇ ਆ ਜਿਹਦੀ ਲੋੜ ਆ, ਜਿਹਦੇ ਨਾਲ ਆਪਣਾ ਵੀ ਭਲਾ ਤੇ ਲੋਕਾਂ ਦਾ ਵੀ ਭਲਾ। ਸੋ ਭੁੱਲਾਂ ਚੁੱਕਾਂ ਦੀ ਮਾਫੀ।